ਮੈਂ ਦੁਲਹਨ ਬਣੀ ਆਪਣੇ ਜੀਜੇ ਦਾ ਇੰਤਜ਼ਾਰ ਕਰ ਰਹੀ ਸੀ ਕਿਉਂਕਿ ਮੇਰੇ ਜੀਜੇ ਨਾਲ ਮੇਰਾ ਵਿਆਹ ਹੋਇਆ ਸੀ। ਹੁਣ ਉਹ ਮੇਰਾ ਪਤੀ ਬਣ ਗਿਆ ਸੀ। ਮੇਰੀ ਭੈਣ ਨੂੰ ਮੇਰੇ ਜੀਜੇ ਨੇ ਹੀ ਮਾਰਿਆ ਸੀ, ਪਰ ਇਹ ਗੱਲ ਸਿਰਫ ਮੈਂ ਜਾਣਦੀ ਸੀ। ਬੱਚੇ ਕਰਕੇ ਜ਼ਬਰਦਸਤੀ ਮੇਰਾ ਵਿਆਹ ਮੇਰੇ ਜੀਜੇ ਨਾਲ ਕਰ ਦਿੱਤਾ ਗਿਆ। ਮੈਂ ਦਿਲ ਵਿੱਚ ਹੀ ਇਰਾਦਾ ਕਰ ਲਿਆ ਸੀ ਕਿ ਮੈਂ ਆਪਣੀ ਭੈਣ ਦੀ ਮੌਤ ਦਾ ਬਦਲਾ ਜੀਜੇ ਤੋਂ ਲੈ ਕੇ ਰਹਾਂਗੀ। ਮੈਨੂੰ ਆਪਣੇ ਪਤੀ ਤੋਂ ਸਖਤ ਨਫ਼ਰਤ ਹੋਣ ਲੱਗੀ ਸੀ। ਮੈਂ ਤਾਂ ਅੰਸ਼ ਖਾਤਰ ਮਜਬੂਰੀ ਵਿੱਚ ਇਹ ਵਿਆਹ ਕਰਵਾਇਆ ਸੀ। ਉਸ ਕੋਲ ਗੱਡੀ, ਘਰ ਸਭ ਕੁਝ ਸੀ, ਇਸ ਲਈ ਮੇਰੀ ਮਾਂ ਨੇ ਮੇਰੀ ਬਲੀ ਚੜ੍ਹਾ ਦਿੱਤੀ। ਮੇਰੀ ਭੈਣ ਮੈਨੂੰ ਹਰ ਗੱਲ ਦੱਸਦੀ ਸੀ ਕਿ ਮੇਰਾ ਪਤੀ ਬੰਦ ਕਮਰੇ ਵਿੱਚ ਮੇਰੇ 'ਤੇ ਜ਼ੁਲਮ ਕਰਦਾ ਹੈ, ਪਰ ਉਹ ਦੁਨੀਆ ਸਾਹਮਣੇ ਬਹੁਤ ਚੰਗਾ ਬਣਦਾ ਸੀ। ਮੇਰੀ ਭੈਣ ਮੈਨੂੰ ਕਹਿੰਦੀ ਸੀ ਕਿ ਤੂੰ ਕਿਸੇ ਨੂੰ ਇਸ ਬਾਰੇ ਕੁਝ ਨਾ ਕਹੀਂ, ਮੈਂ ਆਪ ਹੀ ਸਭ ਕੁਝ ਠੀਕ ਕਰ ਦੇਵਾਂਗੀ। ਫਿਰ ਇੱਕ ਦਿਨ ਮੈਨੂੰ ਪਤਾ ਚੱਲਿਆ ਕਿ ਮੇਰਾ ਜੀਜਾ ਅੰਸ਼ ਨੂੰ ਉਸਦੀ ਦਾਦੀ ਕੋਲ ਛੱਡ ਕੇ ਮੇਰੀ ਭੈਣ ਨਾਲ ਪਹਾੜਾਂ ਵਿੱਚ ਜਾਣ ਦਾ ਪਲਾਨ ਬਣਾ ਰਿਹਾ ਹੈ। ਜਾਣ ਤੋਂ ਪਹਿਲਾਂ ਮੇਰੀ ਭੈਣ ਨੇ ਮੇਰੇ ਨਾਲ ਗੱਲ ਕੀਤੀ ਤਾਂ ਉਹ ਪਰੇਸ਼ਾਨ ਲੱਗ ਰਹੀ ਸੀ। ਫਿਰ ਉਹ ਕਹਿਣ ਲੱਗੀ ਕਿ ਆ ਕੇ ਗੱਲ ਕਰਾਂਗੀ। ਫਿਰ ਦੂਸਰੇ ਦਿਨ ਜੋ ਖਬਰ ਮਿਲੀ ਉਸ ਨੂੰ ਸੁਣ ਕੇ ਲੱਗਿਆ ਜਿਵੇਂ ਕਿ ਮੇਰੇ 'ਤੇ ਬਿਜਲੀ ਡਿੱਗ ਪਈ ਹੋਵੇ। ਮੇਰੀ ਭੈਣ ਤੇ ਮੇਰੇ ਜੀਜੇ ਦਾ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਸੀ। ਸਾਡੇ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮੇਰੇ ਜੀਜੇ ਨੇ ਜੋ ਗੱਲ ਦੱਸੀ ਉਸਨੇ ਸਾਡੇ ਹੋਸ਼ ਉਡਾ ਦਿੱਤੇ। ਉਹਨਾਂ ਨੇ ਦੱਸਿਆ ਕਿ ਜਦੋਂ ਐਕਸੀਡੈਂਟ ਹੋਇਆ ਤਾਂ ਮੇਰੀ ਭੈਣ ਪਹਾੜੀ ਤੋਂ ਡਿੱਗ ਪਈ ਤੇ ਉਸਦੀ ਲਾਸ਼ ਅਜੇ ਤੱਕ ਨਹੀਂ ਮਿਲੀ। ਅਸੀਂ ਬੁਰੀ ਤਰ੍ਹਾਂ ਰੋਣ ਲੱਗੇ। ਮੇਰਾ ਦਿਲ ਗਮ ਨਾਲ ਫਟਿਆ ਜਾ ਰਿਹਾ ਸੀ। ਮੇਰੀ ਪਿਆਰੀ ਭੈਣ ਮੇਰੇ ਤੋਂ ਹਮੇਸ਼ਾ ਲਈ ਜੁਦਾ ਹੋ ਗਈ ਸੀ। ਕਿਸਮਤ ਦਾ ਖੇਲ ਦੇਖੋ, ਅਸੀਂ ਆਖਰੀ ਵਾਰ ਉਸਨੂੰ ਦੇਖ ਵੀ ਨਾ ਸਕੇ। ਮੇਰਾ ਜੀਜਾ ਵਾਪਸ ਆਇਆ ਤਾਂ ਉਸਨੂੰ ਬਹੁਤ ਘੱਟ ਚੋਟਾਂ ਆਈਆਂ ਸਨ। ਮੇਰਾ ਮੱਥਾ ਠਣਕਿਆ। ਮੇਰੀ ਭੈਣ ਅਕਸਰ ਮੈਨੂੰ ਕਹਿੰਦੀ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਅੰਸ਼ ਦਾ ਖਿਆਲ ਰੱਖੀ, ਉਸਨੂੰ ਇਕੱਲਾ ਨਾ ਛੱਡੀ। ਮੈਂ ਆਪਣੇ ਜੀਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਸੀ। ਇਸ ਤਰ੍ਹਾਂ ਕਿਵੇਂ ਹੋ ਸਕਦਾ ਸੀ ਕਿ ਇਸ ਹਾਦਸੇ ਵਿੱਚ ਮੇਰੇ ਜੀਜੇ ਪ੍ਰਦੀਪ ਨੂੰ ਬਹੁਤ ਘੱਟ ਸੱਟਾਂ ਆਈਆਂ ਸਨ। ਮੇਰੇ ਦਿਲ ਵਿੱਚ ਆਇਆ ਕਿ ਮੇਰੀ ਭੈਣ ਨੂੰ ਪ੍ਰਦੀਪ ਨੇ ਹੀ ਮਾਰਿਆ ਹੈ, ਪਰ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਮੇਰੇ ਤੋਂ ਬਿਨਾਂ ਕੋਈ ਵੀ ਇਸ ਤਰ੍ਹਾਂ ਨਹੀਂ ਸੋਚ ਰਿਹਾ ਸੀ। ਸਗੋਂ ਸਾਰੇ ਪ੍ਰਦੀਪ ਨੂੰ ਤਸੱਲੀ ਦੇ ਰਹੇ ਸਨ। ਮੈਂ ਆਪਣੇ ਘਰਦਿਆਂ ਨੂੰ ਵੀ ਦੱਸਿਆ ਜੋ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ, ਪਰ ਉਹ ਮੈਨੂੰ ਕਹਿਣ ਲੱਗੇ ਕਿ ਤੈਨੂੰ ਭੈਣ ਦੀ ਮੌਤ ਦਾ ਸਦਮਾ ਲੱਗਿਆ ਹੈ ਜੋ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ। ਪ੍ਰਦੀਪ ਵਰਗੇ ਸ਼ਰੀਫ ਇਨਸਾਨ 'ਤੇ ਇਲਜ਼ਾਮ ਲਗਾ ਰਹੀ ਹੈ। ਆਪਣੇ ਘਰਦਿਆਂ ਸਾਹਮਣੇ ਤਾਂ ਮੈਂ ਚੁੱਪ ਕਰ ਗਈ। ਜਦੋਂ ਮੇਰਾ ਜੀਜਾ ਘਰ ਆਇਆ ਤਾਂ ਮੌਕਾ ਦੇਖ ਕੇ ਉਹਨਾਂ ਨੂੰ ਬੋਲਣ ਲੱਗੀ। ਮੈਂ ਕਿਹਾ, ਐਕਸੀਡੈਂਟ ਤਾਂ ਤੁਹਾਡਾ ਦੋਨਾਂ ਦਾ ਹੋਇਆ, ਫਿਰ ਤੁਹਾਨੂੰ ਇੰਨੀਆਂ ਘੱਟ ਸੱਟਾਂ ਕਿਵੇਂ ਲੱਗੀਆਂ ਤੇ ਮੇਰੀ ਭੈਣ ਦੀ ਮੌਤ ਹੀ ਹੋ ਗਈ। ਮੇਰੀ ਗੱਲ ਸੁਣ ਕੇ ਪ੍ਰਦੀਪ ਨੂੰ ਇੱਕਦਮ ਝਟਕਾ ਲੱਗਿਆ। ਉਹ ਇੱਧਰ ਉੱਧਰ ਦੇਖਣ ਲੱਗਾ। ਮੈਂ ਕਿਹਾ, ਮੈਥੋਂ ਕੁਝ ਛੁਪਿਆ ਨਹੀਂ ਹੈ। ਮੇਰੀ ਭੈਣ ਨਾਲ ਜੋ ਤੁਸੀਂ ਸਲੂਕ ਕਰਦੇ ਸੀ ਮੈਨੂੰ ਸਭ ਪਤਾ ਹੈ। ਮੇਰੀ ਗੱਲ ਸੁਣ ਕੇ ਪ੍ਰਦੀਪ ਦੇ ਚਿਹਰੇ 'ਤੇ ਪਰੇਸ਼ਾਨੀ ਸਾਫ਼ ਝਲਕਣ ਲੱਗੀ, ਪਰ ਉਸਨੇ ਮੈਨੂੰ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਇੰਨਾ ਕੀ ਹੀ ਕਿਹਾ, ਜੇ ਤੂੰ ਸਭ ਜਾਣਦੀ ਹੈ ਤਾਂ ਚੰਗੀ ਗੱਲ ਹੈ। ਮੇਰੇ ਘਰ ਵਿੱਚ ਵੀ ਹੁਣ ਸਭ ਨੂੰ ਭੈਣ ਦੀ ਮੌਤ 'ਤੇ ਸਬਰ ਆ ਚੁੱਕਾ ਸੀ, ਪਰ ਮੈਂ ਆਪਣੀ ਭੈਣ ਨੂੰ ਨਹੀਂ ਭੁੱਲ ਪਾ ਰਹੀ ਸੀ। ਘਰ ਵਿੱਚ ਵੀ ਕਿਸੇ ਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਸੀ। ਸਾਰੇ ਪ੍ਰਦੀਪ 'ਤੇ ਇੰਨਾ ਵਿਸ਼ਵਾਸ ਕਰਦੇ ਸਨ। ਹੱਦ ਤਾਂ ਉਦੋਂ ਹੋ ਗਈ ਜਦੋਂ ਕੁਝ ਸਮੇਂ ਬਾਅਦ ਮੇਰੇ ਘਰਦਿਆਂ ਨੇ ਮੇਰਾ ਵਿਆਹ ਪ੍ਰਦੀਪ ਨਾਲ ਕਰਨ ਦਾ ਫੈਸਲਾ ਕੀਤਾ। ਇਹ ਸੁਣ ਕੇ ਮੈਂ ਤਾਂ ਤੜਪ ਉੱਠੀ। ਮੈਂ ਅਜਿਹੇ ਇਨਸਾਨ ਨਾਲ ਕਦੇ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਸੀ ਜੋ ਮੇਰੀ ਸਕੀ ਭੈਣ ਦਾ ਕਾਤਿਲ ਹੋਵੇ, ਜਿਸ ਨਾਲ ਮੇਰੀ ਭੈਣ ਨੇ ਰੋ ਰੋ ਕੇ ਜ਼ਿੰਦਗੀ ਗੁਜ਼ਾਰੀ ਹੋਵੇ। ਮੇਰੇ ਲਈ ਇਹ ਇੱਕ ਇਮਤਿਹਾਨ ਬਣ ਗਿਆ ਸੀ, ਕਿਉਂਕਿ ਮੇਰਾ ਭਾਂਜਾ ਅੰਸ਼ ਬਿਮਾਰ ਰਹਿਣ ਲੱਗਿਆ ਸੀ। ਮੇਰੇ ਮਾਤਾ ਪਿਤਾ ਚਾਹੁੰਦੇ ਸਨ ਕਿ ਉਸਨੂੰ ਘਰ ਵਿੱਚ ਚੰਗਾ ਮਾਹੌਲ ਮਿਲੇ, ਮਾਂ ਵਰਗਾ ਪਿਆਰ ਮਿਲੇ। ਸਾਰੇ ਚਾਹੁੰਦੇ ਸਨ ਕਿ ਮੇਰਾ ਵਿਆਹ ਪ੍ਰਦੀਪ ਨਾਲ ਹੋ ਜਾਵੇ, ਕਿਉਂਕਿ ਅੰਸ਼ ਨੂੰ ਮੈਂ ਹੀ ਮਾਂ ਦਾ ਪਿਆਰ ਦੇ ਸਕਦੀ ਸੀ। ਮੈਂ ਆਪਣੇ ਮੰਮੀ ਪਾਪਾ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਅੰਸ਼ ਨੂੰ ਆਪਣੇ ਘਰ ਵਿੱਚ ਰੱਖ ਕੇ ਵੀ ਪਾਲ ਸਕਦੀ ਹਾਂ, ਪਰ ਪ੍ਰਦੀਪ ਅੰਸ਼ ਨੂੰ ਆਪਣੇ ਆਪ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਸੀ। ਮੈਂ ਘਰ ਵਾਲਿਆਂ ਦੇ ਦਬਾਅ ਤੇ ਅੰਸ਼ ਖਾਤਰ ਪ੍ਰਦੀਪ ਨਾਲ ਵਿਆਹ ਕਰਵਾ ਲਿਆ, ਕਿਉਂਕਿ ਜੇ ਪ੍ਰਦੀਪ ਕਿਸੇ ਹੋਰ ਨਾਲ ਵਿਆਹ ਕਰਵਾਉਂਦਾ ਤਾਂ ਅੰਸ਼ ਦੀ ਜ਼ਿੰਦਗੀ ਖਰਾਬ ਹੋ ਜਾਣੀ ਸੀ। ਮੈਂ ਵਿਆਹ ਕਰਵਾ ਕੇ ਪ੍ਰਦੀਪ ਦੇ ਘਰ ਪਹੁੰਚ ਗਈ। ਮੈਨੂੰ ਡਰ ਸੀ ਕਿ ਮੇਰਾ ਹਾਲ ਵੀ ਕਿਤੇ ਮੇਰੀ ਭੈਣ ਵਾਲਾ ਵੀ ਹੀ ਨਾ ਹੋਵੇ। ਮੈਂ ਪ੍ਰਦੀਪ ਦੇ ਕਮਰੇ ਵਿੱਚ ਬੈਠੀ ਸੀ। ਅੰਸ਼ ਮੈਨੂੰ ਮਾਂ ਦੇ ਰੂਪ ਵਿੱਚ ਦੇਖ ਕੇ ਬਹੁਤ ਖੁਸ਼ ਸੀ, ਇਸ ਲਈ ਉਹ ਮੇਰੇ ਕੋਲ ਹੀ ਸੌਂ ਗਿਆ। ਪ੍ਰਦੀਪ ਕਮਰੇ ਵਿੱਚ ਆਇਆ ਤੇ ਉਹ ਅੰਸ਼ ਨੂੰ ਉਠਾ ਕੇ ਉਸਦੇ ਕਮਰੇ ਵਿੱਚ ਸੁਲਾ ਆਇਆ। ਮੈਨੂੰ ਪ੍ਰਦੀਪ ਤੋਂ ਸਖਤ ਨਫ਼ਰਤ ਹੋ ਰਹੀ ਸੀ। ਮੈਂ ਪ੍ਰਦੀਪ ਨੂੰ ਪਤੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰ ਪਾ ਰਹੀ ਸੀ, ਪਰ ਮੈਂ ਮਜਬੂਰ ਸੀ। ਅੰਸ਼ ਖਾਤਰ ਮੈਨੂੰ ਪ੍ਰਦੀਪ ਦੀ ਹਰ ਗੱਲ ਮੰਨਣੀ ਪੈਣੀ ਸੀ, ਕਿਉਂਕਿ ਹੁਣ ਮੈਂ ਉੱਥੇ ਹੀ ਰਹਿਣਾ ਸੀ। ਜੇ ਮੈਂ ਪ੍ਰਦੀਪ ਦੀ ਗੱਲ ਨਾ ਮੰਨੀ ਜਾਂ ਉਸ ਦੀ ਇੱਜ਼ਤ ਨਾ ਕੀਤੀ ਤਾਂ ਘਰ ਦਾ ਮਾਹੌਲ ਬਹੁਤ ਖਰਾਬ ਹੋਵੇਗਾ, ਜਿਸ ਦਾ ਬੁਰਾ ਅਸਰ ਅੰਸ਼ 'ਤੇ ਪੈਣਾ ਸੀ। ਹੁਣ ਅੰਸ਼ ਮੇਰੀ ਜ਼ਿੰਮੇਵਾਰੀ ਸੀ। ਮੇਰੀ ਭੈਣ ਅਕਸਰ ਮੈਨੂੰ ਕਹਿੰਦੀ ਹੁੰਦੀ ਸੀ ਕਿ ਜੇ ਮੈਨੂੰ ਕੁਝ ਹੋ ਜਾਵੇ ਤਾਂ ਅੰਸ਼ ਦਾ ਖਿਆਲ ਰੱਖੀ। ਅੰਸ਼ ਖਾਤਰ ਜ਼ਹਿਰ ਦਾ ਇਹ ਘੁੱਟ ਮੈਨੂੰ ਪੀਣਾ ਪਿਆ। ਮੈਂ ਦਿਲ ਤੋਂ ਦੁਆ ਕਰ ਰਹੀ ਸੀ ਕਿ ਪ੍ਰਦੀਪ ਮੇਰੇ ਨੇੜੇ ਨਾ ਆਵੇ। ਫਿਰ ਮੈਨੂੰ ਆਪਣੀ ਭੈਣ ਦੀ ਯਾਦ ਆਉਣ ਲੱਗੀ। ਮੈਂ ਰੋਣ ਲੱਗ ਪਈ।
ਮੈਨੂੰ ਰੋਂਦੇ ਹੋਏ ਦੇਖ ਕੇ ਪ੍ਰਦੀਪ ਮੈਨੂੰ ਕਹਿਣ ਲੱਗਿਆ ਕਿ ਤੂੰ ਪਰੇਸ਼ਾਨ ਨਾ ਹੋ, ਮੈਂ ਤੇਰਾ ਬਹੁਤ ਖਿਆਲ ਰੱਖਾਂਗਾ, ਤੈਨੂੰ ਤੇਰੇ ਸਾਰੇ ਹੱਕ ਮਿਲਣਗੇ, ਬਸ ਬਦਲੇ ਵਿੱਚ ਮੈਨੂੰ ਅੰਸ਼ ਠੀਕ ਚਾਹੀਦਾ ਹੈ। ਤੂੰ ਉਸਨੂੰ ਮਾਂ ਦਾ ਪਿਆਰ ਦੇਵੀਂ, ਉਸਦੀ ਪਰਵਰਿਸ਼ ਇੱਕ ਚੰਗੀ ਮਾਂ ਬਣ ਕੇ ਕਰੀ, ਅੰਸ਼ ਨੂੰ ਮਾਂ ਦੀ ਕਮੀ ਦਾ ਅਹਿਸਾਸ ਨਾ ਹੋਣ ਦੇਵੀਂ। ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਪ੍ਰਦੀਪ ਨੂੰ ਕਹਿ ਦੇਵਾਂ, ਜੇ ਆਪਣੇ ਬੱਚੇ ਦੀ ਇੰਨੀ ਫਿਕਰ ਸੀ ਤਾਂ ਉਸਨੇ ਆਪਣੀ ਮਾਸੂਮ ਪਤਨੀ ਨੂੰ ਕਿਉਂ ਮਾਰਿਆ, ਕਿਉਂ ਅੰਸ਼ ਤੋਂ ਉਸਦੀ ਮਾਂ ਨੂੰ ਦੂਰ ਕਰ ਦਿੱਤਾ। ਪਰ ਮੈਂ ਪ੍ਰਦੀਪ ਨੂੰ ਕੁਝ ਨਾ ਕਹਿ ਸਕੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਕੋਈ ਵੀ ਅਜਿਹੀ ਗੱਲ ਕਹਾਂ ਜਿਸ ਨਾਲ ਪ੍ਰਦੀਪ ਆਪਣੇ ਅਸਲੀ ਰੂਪ ਵਿੱਚ ਆ ਜਾਵੇ। ਮੈਂ ਖਾਮੋਸ਼ੀ ਨਾਲ ਸਿਰ ਝੁਕਾ ਦਿੱਤਾ, ਪਰ ਮੇਰੇ ਨਾ ਚਾਹੁੰਦੇ ਹੋਏ ਵੀ ਪ੍ਰਦੀਪ ਮੇਰੇ ਨੇੜੇ ਆ ਹੀ ਗਿਆ। ਅਗਲੇ ਦਿਨ ਮੇਰੇ ਘਰ ਵਾਲੇ ਮੈਨੂੰ ਮਿਲਣ ਆਏ, ਕਿਉਂਕਿ ਮੈਂ ਇਸ ਵਿਆਹ ਲਈ ਤਿਆਰ ਨਹੀਂ ਸੀ, ਇਸ ਲਈ ਉਹ ਪਰੇਸ਼ਾਨ ਹੋ ਰਹੇ ਸਨ। ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ, ਪਰ ਸੱਚ ਸਭ ਕੁਝ ਠੀਕ ਹੀ ਸੀ, ਮੈਨੂੰ ਕੋਈ ਪਰੇਸ਼ਾਨੀ ਨਹੀਂ ਸੀ। ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਪ੍ਰਦੀਪ ਦੀ ਅਸਲੀਅਤ ਤੇ ਆਪਣੀ ਭੈਣ ਦੀ ਮੌਤ ਦਾ ਰਾਜ਼ ਜਾਣ ਕੇ ਰਹਾਂਗੀ। ਮੇਰੇ ਘਰ ਵਾਲੇ ਤਾਂ ਵਾਪਸ ਚਲੇ ਗਏ। ਪ੍ਰਦੀਪ ਦੀ ਇਨਕਮ ਵੀ ਚੰਗੀ ਸੀ, ਪਰ ਮੇਰੀ ਭੈਣ ਨੂੰ ਹਮੇਸ਼ਾ ਨੌਕਰਾਨੀ ਦੀ ਤਰ੍ਹਾਂ ਰੱਖਦਾ ਸੀ। ਮੈਂ ਜਦੋਂ ਭੈਣ ਨੂੰ ਮਿਲਦੀ ਤਾਂ ਉਦਾਸ ਹੀ ਲੱਗਦੀ, ਪਰ ਮੇਰੇ ਨਾਲ ਤਾਂ ਪ੍ਰਦੀਪ ਦਾ ਵਿਵਹਾਰ ਬਹੁਤ ਨਰਮ ਸੀ। ਮੈਂ ਛੇਤੀ ਹੀ ਘਰ ਦਾ ਕੰਮਕਾਜ ਤੇ ਅੰਸ਼ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਅੰਸ਼ ਵੀ ਹੁਣ ਥੋੜ੍ਹਾ ਸੰਭਲ ਗਿਆ ਸੀ, ਮੈਂ ਵੀ ਉਸਦਾ ਪੂਰਾ ਖਿਆਲ ਰੱਖਦੀ। ਮੇਰੇ ਤੇ ਪ੍ਰਦੀਪ ਦੇ ਵਿਆਹ ਨੂੰ 2 ਮਹੀਨੇ ਹੋ ਚੁੱਕੇ ਸਨ। ਮੈਨੂੰ ਮਹਿਸੂਸ ਹੁੰਦਾ ਜਿਵੇਂ ਪ੍ਰਦੀਪ ਹਰ ਸਮੇਂ ਮੈਨੂੰ ਦੇਖਦਾ ਰਹਿੰਦਾ ਹੋਵੇ। ਮੈਂ ਉਸਦੀਆਂ ਨਜ਼ਰਾਂ ਤੋਂ ਪਰੇਸ਼ਾਨ ਹੋਣ ਲੱਗੀ ਸੀ। ਇੱਕ ਦਿਨ ਮੈਂ ਤੰਗ ਆ ਕੇ ਪ੍ਰਦੀਪ ਨੂੰ ਕਹਿ ਹੀ ਦਿੱਤਾ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਘੂਰਦੇ ਰਹਿੰਦੇ ਹੋ, ਤਾਂ ਉਹ ਕਹਿਣ ਲੱਗਾ ਕਿ ਮੈਂ ਦੇਖਦਾ ਹਾਂ ਕਿ ਤੂੰ ਸੱਚਮੁੱਚ ਅਜਿਹੀ ਹੀ ਹੈ, ਜਾਂ ਫਿਰ ਇੱਕ ਦਿਨ ਆਪਣੀ ਭੈਣ ਦੀ ਤਰ੍ਹਾਂ ਹੋ ਜਾਵੇਂਗੀ। ਪ੍ਰਦੀਪ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਇਸ ਗੱਲ ਤੋਂ ਉਸਦਾ ਕੀ ਮਤਲਬ ਸੀ। ਉਸਦੀਆਂ ਨਜ਼ਰਾਂ ਵਿੱਚ ਮੇਰੀ ਭੈਣ ਕਿਸ ਤਰ੍ਹਾਂ ਦੀ ਸੀ। ਖੈਰ ਸਮਾਂ ਗੁਜ਼ਰਦਾ ਗਿਆ। ਇੱਕ ਦਿਨ ਅੰਸ਼ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਪ੍ਰਦੀਪ ਵੀ ਘਰ ਨਹੀਂ ਸੀ। ਮੈਂ ਪੂਰੇ ਮਨ ਨਾਲ ਉਸਦੀ ਦੇਖਭਾਲ ਕੀਤੀ। ਫਿਰ ਮੈਂ ਰਸੋਈ ਵਿੱਚ ਕੁਝ ਖਾਣ ਨੂੰ ਬਣਾਉਣ ਚਲੀ ਗਈ ਤੇ ਉਦੋਂ ਹੀ ਪ੍ਰਦੀਪ ਘਰ ਆ ਗਿਆ ਤੇ ਅੰਸ਼ ਨੂੰ ਇਕੱਲਾ ਦੇਖ ਕੇ ਮੈਨੂੰ ਕਹਿਣ ਲੱਗਿਆ ਕਿ ਮੈਂ ਤੇਰੀ ਹਰ ਜ਼ਰੂਰਤ ਦਾ ਧਿਆਨ ਰੱਖਦਾ ਹਾਂ ਤੇ ਤੂੰ ਅੰਸ਼ ਨੂੰ ਇਸ ਹਾਲਤ ਵਿੱਚ ਵੀ ਇਕੱਲਾ ਛੱਡਿਆ ਹੋਇਆ ਹੈ। ਤੂੰ ਇੰਨੀ ਲਾਪਰਵਾਹ ਕਿਵੇਂ ਹੋ ਸਕਦੀ ਹੈ। ਪ੍ਰਦੀਪ ਦੀ ਇਹ ਗੱਲ ਮੈਨੂੰ ਬਰਦਾਸ਼ਤ ਨਹੀਂ ਹੋਈ ਤੇ ਮੈਂ ਉਸਨੂੰ ਗੁੱਸੇ ਵਿੱਚ ਕਿਹਾ, ਜੇ ਅੰਸ਼ ਦੀ ਇੰਨੀ ਫਿਕਰ ਸੀ ਤਾਂ ਉਸਨੂੰ ਉਸਦੀ ਮਾਂ ਤੋਂ ਕਿਉਂ ਦੂਰ ਕੀਤਾ। ਪ੍ਰਦੀਪ ਨੇ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਕਮਰੇ ਵਿੱਚੋਂ ਬਾਹਰ ਚਲਾ ਗਿਆ। ਮੈਂ ਅੰਸ਼ ਨੂੰ ਸੂਪ ਪਿਲਾਉਣ ਲੱਗੀ। ਮੇਰਾ ਦਿਲ ਬੁਰੀ ਤਰ੍ਹਾਂ ਰੋ ਰਿਹਾ ਸੀ। ਮੈਂ ਤਾਂ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾ ਰਹੀ ਸੀ। ਪ੍ਰਦੀਪ ਦੀ ਗੱਲ ਦਾ ਮੈਨੂੰ ਇੰਨਾ ਬੁਰਾ ਲੱਗਿਆ ਕਿ ਮੈਂ ਉਸਦੇ ਕਮਰੇ ਵਿੱਚ ਜਾਣਾ ਛੱਡ ਦਿੱਤਾ। ਇੱਕ ਦਿਨ ਉਹ ਮੇਰੇ ਕਮਰੇ ਵਿੱਚ ਆਇਆ ਤੇ ਕਿਹਾ ਕਿ ਮੈਂ ਤੈਨੂੰ ਕਿਤੇ ਲਿਜਾਣਾ ਚਾਹੁੰਦਾ ਹਾਂ। ਮੈਂ ਸਵਾਲੀਆ ਨਜ਼ਰਾਂ ਨਾਲ ਪ੍ਰਦੀਪ ਵੱਲ ਦੇਖਣ ਲੱਗੀ। ਉਹ ਮੈਨੂੰ ਤਿਆਰ ਹੋਣ ਨੂੰ ਕਹਿ ਕੇ ਚਲਾ ਗਿਆ। ਫਿਰ ਮੈਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਲੈ ਗਿਆ। ਮੇਰੇ ਮਨ ਵਿੱਚ ਅਜੀਬ ਖਿਆਲ ਆਉਣ ਲੱਗੇ ਕਿ ਕਿਤੇ ਪ੍ਰਦੀਪ ਮੈਨੂੰ ਵੀ ਮੇਰੀ ਭੈਣ ਦੀ ਤਰ੍ਹਾਂ ਮਾਰ ਨਾ ਦੇਵੇ। ਫਿਰ ਇੱਕ ਜਗ੍ਹਾ ਜਾ ਕੇ ਉਸਨੇ ਗੱਡੀ ਰੋਕ ਦਿੱਤੀ। ਮੈਨੂੰ ਗੱਡੀ ਵਿੱਚੋਂ ਬਾਹਰ ਆਉਣ ਨੂੰ ਕਿਹਾ। ਮੈਂ ਚੁੱਪਚਾਪ ਬਾਹਰ ਆ ਗਈ। ਫਿਰ ਮੈਨੂੰ ਲੈ ਕੇ ਉਹ ਇੱਕ ਕੱਚੀ ਗਲੀ ਵੱਲ ਵਧਿਆ। ਮੈਂ ਡਰੀ ਹੋਈ ਸੀ। ਉਹ ਇੱਕ ਛੋਟੇ ਜਿਹੇ ਘਰ ਦੇ ਅੱਗੇ ਜਾ ਕੇ ਰੁਕਿਆ। ਉਸਨੇ ਦਰਵਾਜ਼ਾ ਖੜਕਾਇਆ ਤੇ ਇੱਕ ਜਵਾਨ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ। ਉਹ ਮੇਰੇ ਪਤੀ ਨੂੰ ਇਸ ਤਰ੍ਹਾਂ ਅਚਾਨਕ ਦੇਖ ਕੇ ਪਰੇਸ਼ਾਨ ਹੋ ਗਿਆ। ਪ੍ਰਦੀਪ ਨੇ ਉਸਨੂੰ ਨਜ਼ਰਅੰਦਾਜ਼ ਕੀਤਾ ਤੇ ਮੇਰਾ ਹੱਥ ਫੜ ਕੇ ਮੈਨੂੰ ਘਰ ਦੇ ਅੰਦਰ ਲੈ ਗਿਆ। ਜੋ ਮੈਂ ਘਰ ਦੇ ਅੰਦਰ ਦੇਖਿਆ ਉਹ ਦੇਖ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਘਰ ਦੇ ਅੰਦਰ ਤਾਂ ਮੇਰੀ ਭੈਣ ਸੀ। ਮੇਰੀ ਭੈਣ ਵੀ ਮੈਨੂੰ ਦੇਖ ਕੇ ਘਬਰਾ ਗਈ। ਫਿਰ ਪ੍ਰਦੀਪ ਨੇ ਜੋ ਸੱਚ ਮੈਨੂੰ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਸਨੇ ਦੱਸਿਆ ਕਿ ਉਹ ਮੁੰਡਾ ਜਿਸਨੇ ਦਰਵਾਜ਼ਾ ਖੋਲ੍ਹਿਆ ਸੀ ਉਸਨੂੰ ਮੇਰੇ ਘਰ ਦੇ ਛੋਟੇ-ਮੋਟੇ ਕੰਮਾਂ ਵਾਸਤੇ ਰੱਖਿਆ ਹੋਇਆ ਸੀ। ਪਰ ਕੁਝ ਸਮੇਂ ਬਾਅਦ ਮੈਨੂੰ ਪਤਾ ਚੱਲਿਆ ਕਿ ਤੇਰੀ ਭੈਣ ਉਸ ਮੁੰਡੇ ਨੂੰ ਪਸੰਦ ਕਰਨ ਲੱਗੀ ਸੀ। ਉਹ ਦੋਨੋਂ ਮੈਨੂੰ ਪਿੱਠ ਪਿੱਛੇ ਧੋਖਾ ਦੇ ਰਹੇ ਸਨ। ਉਹ ਦੋਨੋਂ ਵਿਆਹ ਕਰਵਾਉਣਾ ਚਾਹੁੰਦੇ ਸਨ। ਤੇਰੀ ਭੈਣ ਅੰਸ਼ ਦਾ ਖਿਆਲ ਵੀ ਨਾ ਰੱਖਦੀ, ਉਸ ਤੋਂ ਵੀ ਦੂਰ ਰਹਿੰਦੀ, ਹਰ ਛੋਟੀ ਗੱਲ 'ਤੇ ਉਸਨੂੰ ਮਾਰਦੀ। ਮਾਂ ਦਾ ਪਿਆਰ ਨਾ ਮਿਲਣ 'ਤੇ ਅੰਸ਼ ਨੇ ਵੀ ਆਪਣੀ ਮਾਂ ਤੋਂ ਦੂਰੀ ਬਣਾ ਲਈ। ਤੇਰੀ ਭੈਣ ਨੇ ਮੇਰੇ ਲਈ ਸਜਣਾ ਸਵਰਨਾ ਵੀ ਛੱਡ ਦਿੱਤਾ। ਉਹ ਮੈਥੋਂ ਤਲਾਕ ਮੰਗਣ ਲੱਗੀ। ਮੈਂ ਉਸਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਬਾਰੇ ਨਹੀਂ ਤਾਂ ਘੱਟੋ ਘੱਟ ਅੰਸ਼ ਬਾਰੇ ਤਾਂ ਸੋਚ। ਪਰ ਤੇਰੀ ਭੈਣ ਨੇ ਜਿਵੇਂ ਸਹੁੰ ਹੀ ਖਾਧੀ ਹੋਵੇ ਕਿ ਮੈਥੋਂ ਤਲਾਕ ਹੀ ਲੈਣਾ ਹੈ। ਇੱਕ ਦਿਨ ਕੰਮ ਤੋਂ ਵਾਪਸ ਆਇਆ ਤਾਂ ਮੈਂ ਤੇਰੀ ਭੈਣ ਨੂੰ ਉਸ ਮੁੰਡੇ ਨਾਲ ਦੇਖਿਆ ਤਾਂ ਮੈਨੂੰ ਇਹ ਬਰਦਾਸ਼ਤ ਨਹੀਂ ਹੋਇਆ, ਕਿਉਂਕਿ ਕੋਈ ਵੀ ਮਰਦ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ। ਮੈਂ ਇਹ ਗੱਲ ਤੇਰੇ ਘਰ ਵੀ ਦੱਸ ਦਿੱਤੀ। ਤੇਰੇ ਮੰਮੀ ਪਾਪਾ ਕਹਿਣ ਲੱਗੇ ਕਿ ਅਜਿਹੀ ਧੀ ਸਾਡੇ ਲਈ ਮਰ ਚੁੱਕੀ ਹੈ, ਤੁਸੀਂ ਜੋ ਚਾਹੋ ਉਸ ਨਾਲ ਕਰੋ। ਮੈਂ ਗੈਰਤਮੰਦ ਹਾਂ, ਇਸ ਲਈ ਤੇਰੀ ਭੈਣ ਨੂੰ ਹਰ ਤਰੀਕੇ ਨਾਲ ਸਮਝਾਇਆ, ਪਰ ਉਹ ਮੇਰੇ ਨਾਲ ਰਹਿਣ ਲਈ ਤਿਆਰ ਨਹੀਂ ਸੀ। ਇਸ ਲਈ ਮੈਂ ਉਸਨੂੰ ਤਲਾਕ ਦੇ ਕੇ ਉਸ ਮੁੰਡੇ ਨਾਲ ਭੇਜ ਦਿੱਤਾ ਤੇ ਸਭ ਨੂੰ ਕਹਿ ਦਿੱਤਾ ਕਿ ਉਸਦੀ ਮੌਤ ਹੋ ਗਈ ਹੈ। ਸੱਚ ਕੀ ਹੈ ਤੇਰੇ ਮੰਮੀ ਪਾਪਾ ਜਾਣਦੇ ਹਨ, ਇਸ ਲਈ ਉਹਨਾਂ ਨੇ ਆਪਣਾ ਵਿਆਹ ਕਰਵਾ ਦਿੱਤਾ। ਸਾਰਾ ਸੱਚ ਸੁਣਨ ਤੋਂ ਬਾਅਦ ਮੈਂ ਆਪਣੀ ਭੈਣ ਵੱਲ ਦੇਖਿਆ ਤਾਂ ਉਹ ਸ਼ਰਮਿੰਦਾ ਹੋਈ ਖੜੀ ਸੀ। ਮੇਰੀ ਭੈਣ ਨੇ ਆਪਣੇ ਪਤੀ ਤੋਂ ਤਲਾਕ ਲੈਣ ਲਈ ਮੈਨੂੰ ਕਿੰਨੇ ਝੂਠ ਬੋਲੇ। ਉਸਨੇ ਪ੍ਰਦੀਪ ਨੂੰ ਕਿੰਨਾ ਬਦਨਾਮ ਕੀਤਾ। ਮੈਂ ਪ੍ਰਦੀਪ ਨੂੰ ਕਿੰਨਾ ਗਲਤ ਸਮਝਦੀ ਰਹੀ। ਉਸਨੇ ਮੇਰੇ ਮਾਂ-ਪਿਓ ਦੀ ਇੱਜ਼ਤ ਖਾਤਰ ਮੇਰੀ ਭੈਣ ਦੀ ਸੱਚਾਈ ਕਿਸੇ ਸਾਹਮਣੇ ਨਹੀਂ ਆਉਣ ਦਿੱਤੀ। ਮੈਂ ਆਪਣੀ ਭੈਣ ਨੂੰ ਕਿਹਾ ਕਿ ਤੈਨੂੰ ਇਹ ਸਭ ਕਰਦੇ ਜ਼ਰਾ ਵੀ ਆਪਣੇ ਬੱਚੇ ਦਾ ਖਿਆਲ ਨਹੀਂ ਆਇਆ।
ਉਹ ਸਾਥੋਂ ਮਾफ़ੀ ਮੰਗਣ ਲੱਗੀ, ਪਰ ਅਸੀਂ ਬਿਨਾਂ ਕੁਝ ਕਹੇ ਉੱਥੋਂ ਆ ਗਏ। ਸੱਚ ਜਾਣਨ ਤੋਂ ਬਾਅਦ ਮੈਂ ਅੰਸ਼ ਤੇ ਪ੍ਰਦੀਪ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ। ਮੈਂ ਪ੍ਰਦੀਪ ਤੋਂ ਆਪਣੇ ਵਿਵਹਾਰ ਲਈ ਮਾਫ਼ੀ ਵੀ ਮੰਗੀ। ਕੁਝ ਸਮੇਂ ਬਾਅਦ ਮੈਂ ਇੱਕ ਬੇਟੀ ਨੂੰ ਜਨਮ ਦਿੱਤਾ। ਹੁਣ ਮੈਂ ਆਪਣੇ ਪਤੀ ਤੇ ਦੋਨੋਂ ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ ਹਾਂ। ਪਰ ਮੇਰੀ ਸਭ ਕੁੜੀਆਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਕਦੇ ਵੀ ਕਿਸੇ ਗੈਰ ਲਈ ਆਪਣੇ ਪਤੀ ਤੇ ਬੱਚਿਆਂ ਨਾਲ ਮੇਰੀ ਭੈਣ ਵਾਂਗ ਨਾ ਕਰਿਓ, ਕਿਉਂਕਿ ਤੁਹਾਡਾ ਇੱਕ ਗਲਤ ਫੈਸਲਾ ਕਈ ਜ਼ਿੰਦਗੀਆਂ ਬਰਬਾਦ ਕਰ ਸਕਦਾ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।